ਵੈਲਕਮ ਸਟੂਡੈਂਟਸ। ਅੱਜ ਆਪਾਂ ਚੈਪਟਰ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਦੇ ਨੈਕਸਟ ਟੌਪਿਕ ਪੜ੍ਹਾਂਗੇ, ਦੈਟ ਇਜ਼ ਸਫੈਰੀਕਲ ਮਿਰਰ। ਸਫੈਰੀਕਲ ਮਿਰਰ, ਦ ਰਿਫਲੈਕਟਿੰਗ ਸਰਫੇਸ ਆਫ ਏ ਸਫੈਰੀਕਲ ਮਿਰਰ ਇਜ਼ ਕਰਵਡ ਇਨਵਰਡਸ ਔਰ ਆਊਟਵਰਡਸ। ਇੱਕ ਆਪਣੇ ਕੋਲ ਸਫੀਅਰ ਆ, ਅਗਰ ਇਸ ਨੂੰ ਕੱਟ ਕਰਦੇ ਆਪਣੇ ਕੋਲ ਇੱਕ ਪੋਰਸ਼ਨ ਬਣੂਗਾ ਇਸ ਟਾਈਪ ਦਾ, ਠੀਕ ਹੈ। ਇਸ ਪੋਰਸ਼ਨ ਦੇ ਆਪਣੇ ਕੋਲ ਟੂ ਕਰਵਸ ਨੇ, ਇਨਵਰਡਸ ਔਰ ਆਊਟਵਰਡਸ, ਠੀਕ ਹੈ। ਰਿਫਲੈਕਸ਼ਨ ਵੀ ਆਪਣੇ ਰਿਫਲੈਕਟਿੰਗ ਸਰਫੇਸ ਵੀ ਦੋ ਹੋਣਗੇ, ਇਨਵਰਡਸ ਜਾਂ ਆਊਟਵਰਡਸ। ਅਗਰ ਆਪਣਾ ਇਨਵਰਡਸ ਰਿਫਲੈਕਟਿੰਗ ਸਰਫੇਸ ਹੋਇਆ ਫਿਰ ਆਪਾਂ ਉਸ ਨੂੰ ਕਹਾਂਗੇ ਕਨਕੇਵ ਮਿਰਰ। ਅਗਰ ਆਪਣਾ ਆਊਟਵਰਡ ਰਿਫਲੈਕਟਿੰਗ ਸਰਫੇਸ ਹੋਇਆ ਤਾਂ ਉਸ ਨੂੰ ਕਹਾਂਗੇ ਆਪਾਂ ਕਨਵੈਕਸ ਮਿਰਰ। ਹਾਂਜੀ, ਟੂ ਟਾਈਪਸ ਨੇ, ਕਨਕੇਵ ਐਂਡ ਕਨਵੈਕਸ ਮਿਰਰਸ। ਕਨਕੇਵ ਮਿਰਰ, ਇਟ ਇਜ਼ ਦੈਟ spherical mirror in which reflecting surface is towards the center of the surface। ਇੱਕ ਆਪਣੇ ਕੋਲ spherical mirror ਜਿਸ ਦਾ ਰਿਫਲੈਕਟਿੰਗ ਸਰਫੇਸ ਸੈਂਟਰ ਦੇ ਟੁਆਰਡ ਹੋਵੇ ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਨਕੇਵ ਮਿਰਰ, ਜਾਂ ਆਪਾਂ ਕਹਿ ਸਕਦੇ ਇਨਵਰਡ ਹੋਵੇ ਆਪਣਾ ਸਫੈਰੀਕਲ ਮਿਰਰ ਦਾ ਰਿਫਲੈਕਟਿੰਗ ਸਰਫੇਸ ਤਾਂ ਉਸ ਨੂੰ ਆਪਾਂ ਕਨਕੇਵ ਮਿਰਰ ਕਹਾਂਗੇ। ਬਟ ਇਹਨਾਂ ਨੇ ਲਿਖਿਆ ਟੁਆਰਡਸ ਦੀ ਸੈਂਟਰ ਆਫ ਸਫੀਅਰ। ਹਾਂਜੀ, ਇਹ ਕਿਉਂ ਲਿਖਿਆ? ਦੇਖੋ, ਇੱਕ ਆਪਣੇ ਕੋਲ ਸਫੀਅਰ ਆ, ਉਸ ਨੂੰ ਆਪਾਂ ਜਦੋਂ ਇਮੈਜਨਰੀ ਫਾਰਮ ਕਰਾਂਗੇ, ਦੇਖੋ ਇਸ ਇਮੈਜਨਰੀ ਫਾਰਮ ਕਰਤਾ ਇਸ ਆਪਣੇ ਕੋਲ ਮਿਰਰ ਨੂੰ। ਇਸ ਮਿਰਰ ਦਾ ਆਪਣੇ ਕੋਲ ਰਿਫਲੈਕਟਿੰਗ ਸਰਫੇਸ ਇਨਵਰਡਸ ਆ, ਠੀਕ ਹੈ। ਇਨਵਰਡਸ ਰਿਫਲੈਕਟਿੰਗ ਸਰਫੇਸ ਆ ਜਿਹੜਾ ਤੁਸੀਂ ਇਮੈਜਨਰੀ ਸਫੈਰੀਕਲ ਬਣਾਇਆ ਤਾਂ ਉਸ ਦਾ ਸੈਂਟਰ ਦਾ ਇੱਥੇ ਹੋਊਗਾ, ਮਤਲਬ ਉਸ ਦੇ ਰਿਫਲੈਕਟਿੰਗ ਸਰਫੇਸ ਦੇ ਟੁਆਰਡਸ ਹੋ ਗਿਆ। ਤਾਂ ਇਹੀ ਡੈਫੀਨੇਸ਼ਨ ਦੇ ਵਿੱਚ ਲਿਖਿਆ, ਇਨ ਵਿੱਚ ਰਿਫਲੈਕਟਿੰਗ ਸਰਫੇਸ ਇਜ਼ ਟੁਆਰਡਸ ਦੀ ਸੈਂਟਰ ਆਫ ਸਫੀਅਰ। ਤਾਂ ਇਸ ਤਰ੍ਹਾਂ ਦੇ ਮਿਰਰ ਨੂੰ ਆਪਾਂ ਕਹਾਂਗੇ ਕਨਕੇਵ ਮਿਰਰ। ਅਗਰ ਆਪਣਾ ਰਿਫਲੈਕਟਿੰਗ ਸਰਫੇਸ ਸੈਂਟਰ ਆਫ ਕਰਵੇਚਰ ਤੋਂ ਅਵੇ ਹੋਇਆ ਤਾਂ ਉਸ ਨੂੰ ਆਪਾਂ ਕਹਾਂਗੇ ਕਨਵੈਕਸ ਮਿਰਰ। ਇਟ ਇਜ਼ ਦੈਟ ਸਫੈਰੀਕਲ ਮਿਰਰ ਇਨ ਵਿਚ ਰਿਫਲੈਕਟਿੰਗ ਸਰਫੇਸ ਇਜ਼ ਅਵੇ ਫਰੋਮ ਦੀ ਸੈਂਟਰ ਆਫ ਦ ਸਫੀਅਰ। ਹਾਂਜੀ, ਇਹ ਕਿਉਂ ਹੋਊਗਾ? ਕਿਉਂਕਿ ਆਪਣੇ ਕੋਲ ਇੱਕ ਸਫੈਰੀਕਲ ਮਿਰਰ ਆ, ਠੀਕ ਹੈ, ਉਸ ਦਾ ਰਿਫਲੈਕਟਿੰਗ ਸਰਫੇਸ ਹੁਣ ਆਊਟਵਰਡਸ ਆ, ਬਟ ਇਸ ਦਾ ਜਿਹੜਾ ਇਮੈਜਨਰੀ ਸਫੈਰੀਕਲ ਬਣੂਗਾ, ਸਫੀਅਰ ਬਣੂਗਾ, ਉਹ ਤਾਂ ਇਸ ਸਾਈਡ ਬਣੂਗਾ, ਬਟ ਜਿਹੜਾ ਉਸਦਾ ਸੈਂਟਰ ਆਫ ਕਰਵੇਚਰ ਵੀ ਇੱਧਰ ਹੋਊਗਾ, ਜਿਹੜਾ ਕਿ ਆਪਣੇ ਕੋਲ ਦੂਰ ਹੋ ਗਿਆ ਉਸ ਦੇ ਰਿਫਲੈਕਟਿੰਗ ਸਰਫੇਸ ਤੋਂ। ਤਾਂ ਇਸ ਤਰ੍ਹਾਂ ਦੇ ਮਿਰਰ ਨੂੰ ਆਪਾਂ ਕਹਿੰਦੇ ਹਾਂ ਕਨਵੈਕਸ ਮਿਰਰ। ਸਿੰਪਲੀ ਆਪਾਂ ਇਹ ਯਾਦ ਰੱਖਾਂਗੇ, ਇਨਵਰਡ ਅਗਰ ਰਿਫਲੈਕਟਿੰਗ ਸਰਫੇਸ ਆ ਤਾਂ ਉਹ ਹੋਊਗਾ ਕਨਕੇਵ ਮਿਰਰ, ਅਗਰ ਆਊਟਵਰਡ ਰਿਫਲੈਕਟਿੰਗ ਸਰਫੇਸ ਆ ਤਾਂ ਉਹ ਹੋਊਗਾ ਆਪਣਾ ਕਨਵੈਕਸ ਮਿਰਰ। ਟਰਮਸ ਰਿਲੇਟਡ ਟੂ ਸਫੈਰੀਕਲ ਮਿਰਰਸ। ਹਾਂਜੀ, ਕੁਛ ਡੈਫੀਨੇਸ਼ਨਸ ਆਪਾਂ ਪੜ੍ਹ ਲੈਂਦੇ ਹਾਂ। ਸੈਂਟਰ ਆਫ ਕਰਵੇਚਰ, ਇਟ ਇਜ਼ ਦਾ ਸੈਂਟਰ ਆਫ ਸਫੀਅਰ ਐਂਡ ਇਟ ਇਜ਼ ਡਿਨੋਟਡ ਬਾਏ ਸੀ। ਹਾਂਜੀ, ਜਿਵੇਂ ਹੁਣ ਆਪਾਂ ਕਰਿਆ ਇੱਕ ਮਿਰਰ ਸੀ, ਉਸ ਨੂੰ ਇਮੈਜਨਰੀ ਬਣਾ ਲਾਂਗੇ, ਇੱਕ ਸਫੀਅਰ ਬਣ ਜਾਊਗਾ। ਉਸ ਸਫੀਅਰ ਦਾ ਜੋ ਸੈਂਟਰ ਹੋਊਗਾ ਉਹੀ ਆਪਣੇ ਕੋਲ ਮਿਰਰ ਦਾ ਸੈਂਟਰ ਆਫ ਕਰਵੇਚਰ ਹੋਊਗਾ। ਇਟ ਇਜ਼ ਦਾ ਸੈਂਟਰ ਆਫ ਦੀ ਸਫੀਅਰ, ਇਟ ਇਜ਼ ਡਿਨੋਟਡ ਬਾਈ ਸੀ। ਅਤੇ ਇਹਨੂੰ ਆਪਾਂ ਸੀ ਨਾਲ ਡਿਨੋਟ ਕਰਾਂਗੇ, ਠੀਕ ਹੈ। ਨੈਕਸਟ ਡੈਫੀਨੇਸ਼ਨ, ਰੇਡੀਅਸ ਆਫ ਕਰਵੇਚਰ, ਇਟ ਇਜ਼ ਦਾ ਰੇਡੀਅਸ ਆਫ ਹੋਲੋ ਸਫੀਅਰ ਆਫ ਗਲਾਸ, ਇਟ ਇਜ਼ ਡਿਨੋਟਡ ਬਾਈ ਆਰ। ਹਾਂਜੀ, ਜਿਵੇਂ ਦੇਖੋ ਹੁਣ ਇਹ ਤੁਹਾਡੇ ਕੋਲ ਸੈਂਟਰ, ਇਹ ਆਪਣੇ ਕੋਲ ਸਫੀਅਰ ਆ, ਸਫੀਅਰ ਦਾ ਕੋਈ ਨਾ ਕੋਈ ਸੈਂਟਰ ਵੀ ਆ। ਅਗਰ ਸਰਕਲ, ਇਸ ਨੂੰ ਆਪਾਂ ਸਰਕਲ ਲੈਟ ਕਰੀਏ, ਸਰਕਲ ਤੋਂ, ਸਰਕਲ ਦੇ ਸੈਂਟਰ ਤੋਂ ਉਸ ਸਰਕਲ ਦੀ ਬਾਉਂਡਰੀ ਤੱਕ ਇੱਕ ਜੋ ਆਪਾਂ ਲਾਈਨ ਡਰਾ ਕਰਿਆ, ਜਿਹੜਾ ਵੀ ਡਿਸਟੈਂਸ ਆਪਾਂ ਫਾਈਂਡ ਕਰਾਂਗੇ ਉਸ ਨੂੰ ਆਪਾਂ ਕਹਿੰਦੇ ਰੇਡੀਅਸ। ਸਿਮਿਲਰਲੀ ਇਹੀ ਲਿਖਿਆ ਹੋਇਆ, ਅਗਰ ਇਸ ਸਫੀਅਰ ਦਾ ਆਪਾਂ ਰੇਡੀਅਸ ਫਾਈਂਡ ਕਰੀਏ, ਜੋ ਇੱਥੇ ਸਫੀਅਰ ਬਣਾਇਆ ਗਿਆ ਇਸ ਸਫੀਅਰ ਦਾ ਰੇਡੀਅਸ ਫਾਈਂਡ ਕਰੇ, ਉਹੀ ਆਪਣਾ ਹੋਊਗਾ ਰੇਡੀਅਸ ਆਫ ਕਰਵੇਚਰ। ਇਟ ਇਜ਼ ਦਾ ਰੇਡੀਅਸ ਆਫ ਹੋਲੋ ਸਫੀਅਰ ਆਫ ਗਲਾਸ। ਇੱਕ ਕਿਸੇ ਵੀ ਗਲਾਸ ਦਾ, ਮਤਲਬ ਗਲਾਸ ਇੱਕ ਗਲਾਸ ਸ਼ੇਪ ਆ, ਸਫੀਅਰ ਦੀ ਸ਼ੇਪ ਆ ਗਲਾਸ ਦੀ, ਉਸ ਦਾ ਜੋ ਰੇਡੀਅਸ ਹੋਊਗਾ ਉਹੀ ਆਪਣਾ ਹੋਊਗਾ ਰੇਡੀਅਸ ਆਫ ਕਰਵੇਚਰ। ਅਤੇ ਇਸ ਨੂੰ ਆਪਾਂ ਡਿਨੋਟ ਕਰਾਂਗੇ ਆਰ ਦੇ ਨਾਲ। ਨੈਕਸਟ ਹੈ ਆਪਣੇ ਕੋਲ ਪੋਲ, ਇਟ ਇਜ਼ ਦਾ ਸੈਂਟਰ ਆਫ ਮਿਰਰ, ਇਟ ਇਜ਼ ਡਿਨੋਟਡ ਬਾਈ ਪੀ। ਅਗਰ ਦੇਖੋ ਆਪਣੇ ਕੋਲ ਕੋਈ ਵੀ ਮਿਰਰ ਦੈਟ ਇਜ਼ ਕਨਕੇਵ ਮਿਰਰ ਆ, ਹਾਂਜੀ ਦੇਖੋ ਇਹ ਕਨਕੇਵ ਮਿਰਰ ਆ, ਇਸ ਮਿਰਰ ਦਾ ਜੋ ਸੈਂਟਰ ਹੋਊਗਾ, ਠੀਕ ਹੈ, ਇਸ ਮਿਰਰ ਦਾ ਜੋ ਸੈਂਟਰ ਹੋਊਗਾ ਉਸ ਨੂੰ ਆਪਾਂ ਕਹਾਂਗੇ ਪੋਲ। ਇਟ ਇਜ਼ ਦਾ ਸੈਂਟਰ ਆਫ ਮਿਰਰ, ਇਟ ਇਜ਼ ਡਿਨੋਟਡ ਬਾਈ ਪੀ, ਇਹਨੂੰ ਆਪਾਂ ਪੀ ਨਾਲ ਡਿਨੋਟ ਕਰਾਂਗੇ। ਐਂਡ ਨੈਕਸਟ ਡੈਫੀਨੇਸ਼ਨ ਇਜ਼ ਅਪਰੇਚਰ। ਅਪਰੇਚਰ, ਇਟ ਇਜ਼ ਦਾ ਰਿਫਲੈਕਟਿੰਗ ਸਰਫੇਸ ਆਫ ਦੀ ਮਿਰਰ। ਜਿੰਨੀਆਂ ਵੀ ਰੇਜ਼ ਆਪਣੇ ਕੋਲ ਇਸ ਮਿਰਰ 'ਤੇ ਆ ਕੇ ਸਟਰਾਈਕ ਕਰਨਗੀਆਂ, ਠੀਕ ਹੈ, ਜਿਹੜਾ ਉਸਦਾ ਰਿਫਲੈਕਟਿੰਗ ਸਰਫੇਸ ਹੋਊਗਾ, ਜਿਵੇਂ ਇਹ ਆਪਣਾ ਪੂਰਾ ਰਿਫਲੈਕਟਿੰਗ ਸਰਫੇਸ ਆ, ਇਸ ਰਿਫਲੈਕਟਿੰਗ ਸਰਫੇਸ ਨੂੰ ਆਪਾਂ ਕਹਿੰਦੇ ਹਾਂ ਅਪਰੇਚਰ, ਠੀਕ ਹੈ। ਨੈਕਸਟ, ਪ੍ਰਿੰਸੀਪਲ ਐਕਸਿਸ। ਦ ਪ੍ਰਿੰਸੀਪਲ ਐਕਸਿਸ ਆਫ ਏ ਸਫੈਰੀਕਲ ਮਿਰਰ is the straight line passing through the center of curvature and pole of spherical mirror produced on both sides। ਹਾਂਜੀ, ਇੱਕ ਤੁਹਾਡੇ ਕੋਲ ਕੋਈ ਵੀ ਮਿਰਰ ਆ, ਠੀਕ ਹੈ, ਇਸ ਮਿਰਰ ਦਾ ਇੱਕ ਆਪਾਂ ਇਹ ਸੈਂਟਰ ਦੇ ਵਿੱਚ ਜੋ ਲਾਈਨ, ਇਹ ਹੈਗਾ ਆਪਣੇ ਕੋਲ ਪੋਲ ਅਤੇ ਇਹ ਹੈਗਾ ਆਪਣੇ ਕੋਲ ਸੈਂਟਰ ਆਫ ਕਰਵੇਚਰ। ਉਸ ਸੈਂਟਰ ਆਫ ਕਰਵੇਚਰ ਦੇ ਪੈਰਲਲ ਜਿੰਨੀਆਂ ਵੀ ਲਾਈਨਸ ਆਪਣੇ ਕੋਲ ਮਿਰਰ ਨੂੰ ਟੱਚ ਕਰ ਰਹੀਆਂ ਨੇ, ਠੀਕ ਹੈ, ਜਿੰਨੀਆਂ ਵੀ ਲਾਈਨਸ ਨੇ ਆਪਣੇ ਕੋਲ ਇਸ ਮਿਰਰ ਨੂੰ ਟੱਚ ਕਰਦੇ ਨੇ, ਇਹਨਾਂ ਨੂੰ ਕਹਿੰਦੇ ਆਪਾਂ ਪ੍ਰਿੰਸੀਪਲ ਐਕਸਿਸ।
ठीक है। हाँ जी, देखो आ लाइनस ने जिन्नियां भी लाइनस ने ਜਿਹੜੀਆਂ कि पैरलल ने अपने को सेंटर ऑफ करवेचर के, इन्हों कहने आप प्रिंसीपल एक्सिस। नैक्सट डेफिनेशन फोकस और प्रिंसीपल फोकस। इट इज़ द पॉइंट ऑन द प्रिंसीपल एक्सिस of the mirror at which rays of light incident on the mirror actually meet after reflection from the mirror. It is denoted by F। हाँ जी, देखो प्रिंसीपल एक्सिस तो जोड़ी भी लाइनस अपने को इंसीडेंट करदियां ने, मतलब स्ट्राइक करदियां ने अपनी मिरर के नाल, उस मिरर के स्ट्राइक करन तो बाद ਜਿਹੜੇ पॉइंट ते आके वो सारियां रेज मिलणगियां, ਜਿਹੜੇ पॉइंट ते आके वो सारियां रेज मीट करनगियां आफ्टर रिफ्लैक्शन, उस पॉइंट ਨੂੰ ਆਪਾਂ कह दें फोकस। मतलब कोई भी समझो, देखो एक इतने रिफ्लैक्शन हुई, इतने रिफ्लैक्शन हुई, जिस पॉइंट तो मीट कर गई, जिस पॉइंट से दो रिफ्लैक्शन वाली लाइट्स अपनी मीट करिए, उस पॉइंट में आप कह दें फोकस। तो इसमें आप डिनोट करते हैं एफ के नाल। हाँ जी, नैक्सट डेफिनेशन अपनी फोकल लेंथ। फोकल लेंथ इट इज़ द डिस्टेंस बिटवीन फोकस एंड पोल ऑफ द मिरर, इट इज़ डिनोटेड बाय स्मॉल एफ। अपने को ਜਿਹੜਾ भी डिस्टेंस आ फोकस ਤੇ पोल ਦੇ ਵਿਚਕਾਰ, फोकस ਤੇ पोल ਦੇ ਵਿਚਕਾਰ ਜਿਹੜਾ भी डिस्टेंस होगा उसमें ਆਪਾਂ ਕਹਿੰਦੇ ਆ फोकल लेंथ। ਜਿਵੇਂ कि ਇਹ देखो एक ਤੁਹਾਡੇ ਕੋਲ कॉनकेव मिरर आ, उस कॉनकेव मिरर ਦੇ ਇਹ ਆਪਣੇ ਕੋਲ ਇੱਕ प्रिंसीपल एक्सिस आ, दो प्रिंसीपल एक्सिस ਦੇ पैरलल लाइनस आईਆਂ, ਉਹ पैरलल लाइनस ਤੋਂ मीट ਕਰਨ मिरर ਤੇ मीट ਕਰਨ ਤੋਂ ਬਾਅਦ रिफ्लैक्शन ਹੋਈ, रिफ्लैक्शन करके इस पॉइंट ਤੇ ਆ ਕੇ मीट कर गया। इस पॉइंट ਨੂੰ ਆਪਾਂ ਕਹਿ ਦਾਂਗੇ ਜਿੱਥੇ रिफ्लैक्शन ਤੋਂ ਬਾਅਦ मीट ਕਰੀਆਂ, ਇਸ ਨੂੰ ਆਪਾਂ ਕਹਾਂਗੇ फोकस। तो फोकस तो पोल के विचकार जिन्ना डिस्टेंस होगा उसमें आप कहांगे फोकल लेंथ। ठीक है। अगर अपने को रिफ्लैक्शन तो रिफ्लैक्शन करके अपने को रेज मीट नहीं कर रही हैं तो उसनों आप एक्सटेंड करांगे पिछे नूं, फिर देखांगे जिथे वो अपीयर्स टू मीट, मतलब जिथे मिल सकदियां ने उस पॉइंट में भी आप कहांगे फोकस। जिमें कि नैक्सट डेफिनेशन देखो मिरर के देखो कन्वैक्स मिरर। कन्वैक्स मिरर के देखो जो इतने रिफ्लैक्शन हुई तो एक रे इधर ਨੂੰ चली गई सी तो दूसरी रे इधर ਨੂੰ चली गई सी। ठीक है। ये मीट नहीं करनी असीं किते, क्योंकि ये इन अपने को डाइवर्जेंट रेज हो गए। ठीक है, मतलब दूर दूर जा रही ने रेज। ਜਦੋਂ ਇਸ ਨੂੰ ਆਪਾਂ ਐਕਸਟੈਂਡ ਕਰਾਂਗੇ, ਐਕਸਟੈਂਡ ਕਰਨ ਤੋਂ ਬਾਅਦ ਜਿਹੜੇ ਪੁਆਇੰਟ 'ਤੇ ਆ ਕੇ ਮੀਟ ਕਰਨੀਆਂ, ਜਿਹੜੇ ਪੁਆਇੰਟ 'ਤੇ ਆ ਕੇ ਮੀਟ ਕਰੀਆਂ ਉਹ ਦੋਨੋਂ ਰੇਜ਼, ਇਸ ਪੁਆਇੰਟ ਨੂੰ ਆਪਾਂ ਕਹਾਂਗੇ ਫੋਕਸ। ਅਪੀਅਰਸ ਟੂ ਮੀਟ, ਕਿਉਂਕਿ ਆਪਾਂ ਇੱਥੇ ਇਮੈਜਨਰੀ ਲਾਈਨ ਡਰਾ ਕਰੀ ਸੀ, ਇਸ ਪੁਆਇੰਟ ਨੂੰ ਆਪਾਂ ਕਹਾਂਗੇ ਪ੍ਰਿੰਸੀਪਲ ਫੋਕਸ। ਠੀਕ ਹੈ। नैक्सट रूल्स फॉर कॉनकेव मिरर। कॉनकेव मिरर के अपने रूल्स की ने। सब तो पहला रूल, इफ रेज ऑफ लाइट इंसीडेंट पैरलल टू प्रिंसीपल एक्सिस ऑन कॉनकेव मिरर दैन आफ्टर रिफ्लैक्शन इट पासिस थ्रू फोकस। अगर अपने को प्रिंसीपल एक्सिस के पैरलल लाइनस मीट कर रही ने, कॉनकेव मिरर का केस है। ठीक है। कॉनकेव मिरर से अगर अपने को प्रिंसीपल एक्सिस के पैरलल लाइनस स्ट्राइक कर रही ने मिरर में, तो रिफ्लैक्शन तो बाद हमेशा वो फोकस के पास कर गया। पहला रूल, प्रिंसीपल एक्सिस के पैरलल जिन्नियां भी लाइनस अपने को स्ट्राइक करनगे कॉनकेव मिरर से, वो हमेशा अपने को फोकस के पास करनगे। ये अपने को पहला रूल। सैकेंड रूल, अ रे ऑफ लाइट इंसीडेंट ऑन कॉनकेव मिरर ऑन पासिंग थ्रू फोकस दैन आफ्टर रिफ्लैक्शन इट बिकम्स पैरलल टू प्रिंसीपल एक्सिस। देखो एक अपने को कॉनकेव मिरर आ, ठीक है, एक प्रिंसीपल एक्सिस है, ਇਹਦਾ कोई सेंटर ऑफ करवेचर है, तो ये अपने को कोई फोकस है। अगर अपने को फोकस तो पास होंदी लाइन मिरर ते स्ट्राइक कर जाए, फोकस के विचों पास होंदी लाइन मिरर ते स्ट्राइक कर जाए, वो हमेशा पैरलल हो जाएगी प्रिंसीपल एक्सिस से। ये अपने को रूल सैकेंड। फस्ट रूल सी, अगर प्रिंसीपल एक्सिस से पैरलल हो तो सेंटर अपनी फोकस के विचों पास करूगी। अगर फोकस के विचों पास होंदी हुई अपने को फोकस के विचों पास होंदी हुई मिरर में स्ट्राइक करूगी तो रिफ्लैक्शन तो बाद वो पैरलल हो जाएगी प्रिंसीपल एक्सिस से। ठीक है। ये सी अपना रूल सैकेंड। थर्ड रूल, अ रे ऑफ लाइट इंसीडेंट ऑन ए कॉनकेव मिरर ऑन पासिंग थ्रू द सेंटर ऑफ कर्वेचर ऑफ द मिरर इज़ रिफ्लैक्टेड बैक अलॉन्ग द सेम पाथ। अगर देखो अपने को कोई भी मिरर आ कॉनकेव मिरर, उसके सेंटर के विचों पास करती कोई लाइन आ रही है, सेंटर के विचों पास करती लाइन अपने को मिरर से स्ट्राइक करी, जिस डायरैक्शन के विचों आई सी सेम उसी डायरैक्शन के विचों मूव करूगी। ये अपने को रूल सैकेंड, अगर वो पास कर रही है सेंटर ऑफ करवेचर के विचों। ठीक है। अगर सेंटर ऑफ करवेचर के विचों पास करूगी उसी पाथ के अलोंग वो बैक हो जाएगी। ठीक है रे। नैक्सट रूल, फोर्थ रूल, अ रे ऑफ लाइट इंसीडेंट ओब्लिकली टुवर्ड्स द पोल P of concave mirror is reflected obliquely as per the laws of reflection। हाँ जी, देखो अपने को कोई भी मिरर कॉनकेव आ, ठीक है, उसका कोई प्रिंसीपल एक्सिस आ तो ये है अपने को पॉइंट P दैट इज़ पोल।
अगर अपने को कोई भी रे सीधी स्ट्राइक कर रही है पोल ते, कोई भी रे अपने को स्ट्राइक कर रही है पोल ते, ਜਦੋਂ ਸਟ੍ਰਾਈਕ ਕਰੇ ਉਹ ਕੋਈ ਨਾ ਕੋਈ ਐਂਗਲ ਬਣਾਊਗੀ ਆਪਣਾ, ਜਿਵੇਂ ਕਿ ਲੈਟ ਕਰ ਲਓ ਐਂਗਲ ਆਫ ਇੰਸੀਡੈਂਟ ਉਸਦਾ ਹੋ ਗਿਆ ਆਈ, ਠੀਕ ਹੈ। ਜਿਸ ਐਂਗਲ 'ਤੇ ਉਹ ਇੰਸੀਡੈਂਟ ਕਰੀ ਸੀ ਉਸ ਪੁਆਇੰਟ ਪੀ 'ਤੇ, ਤਾਂ ਉਸੇ ਐਂਗਲ ਨਾਲ ਉਹ ਰਿਫਲੈਕਟ ਕਰੂਗੀ ਪੀ ਪੁਆਇੰਟ ਤੋਂ, ਦੈਟ ਇਜ਼ ਐਂਗਲ ਆਫ ਰਿਫਲੈਕਸ਼ਨ ਆਰ ਐਂਗਲ ਆਫ ਆਈ, ਠੀਕ ਹੈ। ਐਂਗਲ ਆਈ ਅਤੇ ਐਂਗਲ ਆਰ ਆਪਣੇ ਕੋਲ ਇਕੁਅਲ ਹੋਣਗੇ ਅਕੋਰਡਿੰਗ ਟੂ ਲਾਜ਼ ਆਫ ਰਿਫਲੈਕਸ਼ਨ, ਕਿਉਂਕਿ ਐਂਗਲ ਆਫ ਇੰਸੀਡੈਂਟ ਇਜ਼ ਇਕੁਅਲ ਹੁੰਦਾ ਆਪਣੇ ਕੋਲ ਐਂਗਲ ਆਫ ਰਿਫਲੈਕਸ਼ਨ। ਦੇਅਰਫੋਰ ਰੂਲ 4 ਹਾਂਜੀ, ਰੂਲ 4 ਦੇ ਵਿੱਚ ਆਪਣਾ ਇਹ ਸੀ ਕਿ ਜਿਸ ਐਂਗਲ ਦੇ ਨਾਲ ਉਹ ਸਟ੍ਰਾਈਕ ਕਰੂਗੀ ਪੋਲ 'ਤੇ, ਉਸੇ ਐਂਗਲ ਨਾਲ ਉਹ ਰਿਫਲੈਕਟ ਹੋ ਜੂਗੀ ਪੋਲ ਤੋਂ ਰਿਫਲੈਕਸ਼ਨ 'ਚ, ਠੀਕ ਹੈ। ਇਹ ਸੀ ਆਪਣੇ ਕੋਲ ਰੂਲ 4। ਹਾਂਜੀ, ਇੱਕ ਵਾਰ ਆਪਾਂ ਸਾਰੇ ਰੂਲ ਇੱਕ ਵਾਰ ਫਿਰ ਦੇਖ ਲੈਂਦੇ ਹਾਂ। ਫਸਟ ਰੂਲ ਸੀ ਆਪਣੇ ਕੋਲ ਕੋਈ ਵੀ ਲਾਈਨ ਪੈਰਲਲ ਹੋਏ ਪ੍ਰਿੰਸੀਪਲ ਐਕਸਿਸ ਦੇ, ਸਟ੍ਰਾਈਕ ਕਰੇ ਮਿਰਰ 'ਤੇ, ਉਹ ਹਮੇਸ਼ਾ ਰਿਫਲੈਕਸ਼ਨ ਤੋਂ ਪਾਸ ਕਰੂਗੀ ਆਪਣੇ ਕੋਲ ਫੋਕਸ ਤੋਂ। ਅਗਰ ਫੋਕਸ ਦੇ ਵਿੱਚੋਂ ਪਾਸ ਹੁੰਦੀ ਕੋਈ ਮਿਰਰ ਲਾਈਨ ਰੇ ਆਪਣੇ ਕੋਲ ਮਿਰਰ 'ਤੇ ਸਟ੍ਰਾਈਕ ਕਰੂਗੀ, ਉਹ ਪੈਰਲਲ ਹੋ ਜੂਗੀ ਪ੍ਰਿੰਸੀਪਲ ਐਕਸਿਸ ਦੇ ਆਫਟਰ ਰਿਫਲੈਕਸ਼ਨ। ਅਤੇ ਥਰਡ ਰੂਲ ਸੀ ਆਪਣੇ ਕੋਲ, ਅਗਰ ਕੋਈ ਲਾਈਨ ਆਪਣੇ ਕੋਲ ਸੈਂਟਰ ਆਫ ਕਰਵੇਚਰ 'ਚੋਂ ਪਾਸ ਹੁੰਦੀ ਹੋਈ ਸਿੱਧੀ ਮਿਰਰ 'ਤੇ ਸਟ੍ਰਾਈਕ ਕਰੇ ਤਾਂ ਸੇਮ ਪਾਥ ਦੇ ਵਿੱਚ ਬੈਕ ਮੁੜ ਆਊਗੀ। ਅਤੇ ਉਸ ਤੋਂ ਬਾਅਦ ਫੋਰਥ ਰੂਲ, ਅਗਰ ਆਪਣੇ ਕੋਲ ਕੋਈ ਵੀ ਰੇ ਪੋਲ 'ਤੇ ਸਿੱਧੀ ਸਟ੍ਰਾਈਕ ਕਰੀ ਆ, ਤਾਂ ਜਿੰਨਾ ਐਂਗਲ ਉਸਨੇ ਪ੍ਰਿੰਸੀਪਲ ਐਕਸਿਸ ਨਾਲ ਬਣਾਇਆ ਹੋਊਗਾ ਉਸ ਪੋਲ ਤੋਂ, ਤਾਂ ਸੇਮ ਐਂਗਲ 'ਤੇ ਉਹ ਰਿਫਲੈਕਟ ਕਰ ਜੂਗੀ, ਜਿਹੜਾ ਕਿ ਐਂਗਲ ਬਣੂਗਾ ਆਪਣੇ ਕੋਲ ਪ੍ਰਿੰਸੀਪਲ ਐਕਸਿਸ 'ਤੇ ਐਂਗਲ ਆਫ ਰਿਫਲੈਕਸ਼ਨ, ਜਿਹੜਾ ਕਿ ਬਣੂਗਾ ਆਪਣੇ ਕੋਲ ਰਿਫਲੈਕਟਡ ਰੇ ਦੇ ਵਿੱਚ, ਠੀਕ ਹੈ। ਦੋਨੋਂ ਸੇਮ ਹੋਣਗੇ। ਅਤੇ ਇਹ ਸੀ ਆਪਣੇ ਕੋਲ ਲਾਜ਼ ਆਫ ਆਪਣੇ ਕੋਲ ਰੂਲਸ ਫੋਰ ਕਨਕੇਵ ਮਿਰਰ, ਠੀਕ ਹੈ। ਨੈਕਸਟ ਆਪਾਂ ਕਲਾਸ ਦੇ ਵਿੱਚ ਕਰਾਂਗੇ ਇਮੇਜ ਫੋਰਮੇਸ਼ਨ ਆਫ ਕਨਕੇਵ ਮਿਰਰ, ਠੀਕ। ਥੈਂਕ ਯੂ ਸੋ ਮਚ।